ਹੈਲੋ ਸਟੂਡੈਂਟ, ਅੱਜ ਦੀ ਵੀਡੀਓ ਵਿੱਚ ਅਸੀਂ ਲੈਸਨ ਪੜਾਂਗੇ ਫਸਲਾਂ ਦੀ ਕਹਾਣੀ। ਬੱਚਿਓ, ਪਹਿਲਾਂ ਸੁਣੋ, ਸਾਡੀ ਕਹਾਣੀ ਬਹੁਤ ਪੁਰਾਣੀ ਹੈ। ਸਾਡੀ ਕਹਾਣੀ ਸੱਚ ਮੰਨੋ ਤਾਂ ਅਸੀਂ ਹੀ ਤੁਹਾਡੀ ਮਨੁੱਖੀ ਸੱਭਿਅਤਾ ਦੇ ਬੀਜ ਬੀਜੇ ਹਨ। ਨਹੀਂ ਤਾਂ ਤੁਹਾਡੇ ਪੁਰਖੇ ਕੀ ਸਨ? ਸਿਰਫ ਆਦਿ ਮਨੁੱਖ ਹੀ ਨਾ। ਲਗਭਗ 1 ਲੱਖ ਸਾਲ ਪੁਰਾਣੀ ਗੱਲ ਹੈ। ਤੁਹਾਡੇ ਪੁਰਖੇ ਉਦੋਂ ਗੁਫਾਵਾਂ ਵਿੱਚ ਰਹਿੰਦੇ ਸਨ। ਭੋਜਨ ਲਈ ਥਾਂ ਥਾਂ 'ਤੇ ਭਟਕਦੇ ਰਹਿੰਦੇ ਸਨ। ਚਾਰੇ ਪਾਸੇ ਸੰਘਣੇ ਜੰਗਲ ਅਤੇ ਉਹਨਾਂ ਜੰਗਲਾਂ ਵਿੱਚ ਸੀ ਜੰਗਲੀ ਜਾਨਵਰ, ਹਰੇ ਭਰੇ ਦਰੱਖਤ, ਘਾਹ, ਲੰਮੀਆਂ ਵੇਲਾਂ ਅਤੇ ਝਾੜੀਆਂ ਆਦਿ। ਭੁੱਖ ਲੱਗਦੀ ਤਾਂ ਤੁਹਾਡੇ ਪੁਰਖੇ ਆਦਿ ਮਨੁੱਖ ਭੋਜਨ ਦੀ ਭਾਲ ਵਿੱਚ ਨਿਕਲੇ। ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਜਾਂ ਕੰਦ-ਮੂਲ ਇਕੱਠਾ ਕਰ ਲਿਆਉਂਦੇ। ਇਹੀ ਉਹਨਾਂ ਦਾ ਭੋਜਨ ਸੀ, ਕੰਦ-ਮੂਲ, ਕੱਚੇ ਫਲ-ਫੁੱਲ ਅਤੇ ਮਾਂਸ। ਇੱਕ ਵਾਰ ਦੀ ਗੱਲ ਹੈ, ਆਦਿ ਮਨੁੱਖ ਸ਼ਿਕਾਰ ਦੀ ਭਾਲ ਵਿੱਚ ਨਿਕਲਿਆ। ਭਾਲ ਹੁੰਦਾ ਤਲਾਸ਼। ਗੁਫਾ ਵਿੱਚ ਉਸ ਦੀ ਪਤਨੀ ਅਤੇ ਬੱਚੇ ਹੀ ਸਨ। ਉਹ ਬਾਹਰ ਨਿਕਲੇ, ਹਵਾ ਵਿੱਚ ਲਹਿਰਾਉਂਦੇ ਹੋਏ ਘਾਹ ਨੂੰ ਵੇਖਿਆ। ਉਦੋਂ ਹੀ ਉਸਦੇ ਕੁਝ ਬੀਜ ਡਿੱਗ ਪਏ, ਜਿਨ੍ਹਾਂ ਨੂੰ ਉਹ ਆਪਣੀ ਗੁਫਾ ਵਿੱਚ ਲੈ ਗਏ। ਉੱਥੋਂ ਪਹਿਲਾਂ ਬੀਜਾਂ ਨੂੰ ਬਾਹਰ ਸੁੱਟ ਦਿੱਤਾ। ਮੀਂਹ ਪਿਆ, ਧਰਤੀ ਗਿੱਲੀ ਹੋ ਗਈ ਅਤੇ ਨਮੀ ਪਾ ਕੇ ਬੀਜ ਪੁੰਗਰਨੇ ਸ਼ੁਰੂ ਹੋ ਗਏ। ਫੁਟਾਰਾ ਹੌਲੀ ਹੌਲੀ ਘਾਹ ਵਿੱਚ ਬਦਲ ਗਿਆ ਅਤੇ ਉਸ ਵਿੱਚ ਫਿਰ ਤੋਂ ਬੀਜ ਬਣ ਗਏ। ਉਹ ਬੀਜ ਫਿਰ ਝੜ ਗਏ। ਪਰਿਵਾਰ ਹੈਰਾਨੀ ਨਾਲ ਵੇਖਦਾ ਰਹਿ ਗਿਆ ਅਤੇ ਉਸ ਵਿੱਚ ਉਹਨਾਂ ਫਿਰ ਤੋਂ ਬੀਜ ਇਕੱਠੇ ਕੀਤੇ ਅਤੇ ਧਰਤੀ ਵਿੱਚ ਦੱਬ ਦਿੱਤੇ। ਬੀਜ ਫਿਰ ਉੱਗ ਪਏ ਅਤੇ ਸਮਝੋ ਸਾਡਾ ਨਵਾਂ ਜਨਮ ਹੋ ਗਿਆ। ਸਾਡਾ ਮਤਲਬ ਫਸਲਾਂ ਦਾ। ਹਾਂ, ਸਾਡੇ ਵਿੱਚੋਂ ਕਈ ਫਸਲਾਂ ਨੂੰ ਇਸੇ ਤਰ੍ਹਾਂ ਤੁਹਾਡੇ ਪੁਰਖਿਆਂ ਨੇ ਪਾਲਤੂ ਬਣਾਇਆ। ਕਈ ਫਸਲਾਂ ਦੇ ਬੀਜ ਬੀਜੇ, ਕਈ ਫਸਲਾਂ ਦੀਆਂ ਜੜ੍ਹਾਂ ਲਾਈਆਂ। ਇਸ ਤਰ੍ਹਾਂ ਖੇਤੀ ਦੀ ਸ਼ੁਰੂਆਤ ਹੋਈ। ਘਾਹ ਫੂਸ ਸਾਫ਼ ਕਰਕੇ ਆਦਿ ਮਨੁੱਖ ਨੇ ਖੇਤ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਲੱਕੜ, ਪੱਥਰ ਜਾਂ ਜਾਨਵਰਾਂ ਦੇ ਸਿੰਗਾਂ ਨਾਲ ਉਹ ਬੀਜਾਂ ਨੂੰ ਬੀਜਣ ਲੱਗ ਪਿਆ। ਫਿਰ ਉਸਨੇ ਹੌਲੀ ਹੌਲੀ ਹਲ ਦੀ ਖੋਜ ਕਰ ਲਈ। ਉਸਨੇ ਜੰਗਲੀ ਜਾਨਵਰਾਂ ਨੂੰ ਫੜ ਕੇ ਪਾਲਤੂ ਬਣਾਇਆ। ਉਹਨਾਂ ਤੋਂ ਖੇਤੀ ਦਾ ਕੰਮ ਕਰਾਉਣ ਲੱਗਿਆ। ਬਲਦ, ਘੋੜੇ ਅਤੇ ਗਧੇ ਉਸਦਾ ਹੁਣ ਹਲ ਖਿੱਚਣ ਲੱਗ ਪਏ। ਹੌਲੀ ਹੌਲੀ ਖੇਤ ਵੱਧ ਗਏ। ਖੇਤੀ ਫੈਲਦੀ ਚਲੀ ਗਈ ਅਤੇ ਉਸਨੂੰ ਲੋੜ ਲਈ ਕਾਫੀ ਅਨਾਜ ਪ੍ਰਾਪਤ ਹੋਣ ਲੱਗ ਗਿਆ। ਭੋਜਨ ਦਾ ਪ੍ਰਬੰਧ ਹੋ ਜਾਣ ਦਾ ਕਾਰਨ ਉਹ ਜੰਗਲਾਂ ਵਿੱਚ ਘੱਟ ਜਾਣ ਲੱਗ ਪਿਆ। ਦਰਿਆਵਾਂ ਦੇ ਕਿਨਾਰਿਆਂ 'ਤੇ ਰਹਿਣ ਲੱਗ ਪਿਆ। ਕਈ ਪਰਿਵਾਰ ਨੇੜੇ ਨੇੜੇ ਰਹਿਣ ਲੱਗੇ। ਹੌਲੀ ਹੌਲੀ ਪਿੰਡ ਬਣ ਗਏ। ਬਸ ਇਹ ਸਮਝੋ ਕਿ ਅੱਜ ਤੋਂ ਲਗਭਗ 1,20,000 ਤੋਂ 1 ਸਾਲ ਦੇ ਵਿਚਕਾਰ ਪਹਿਲਾਂ ਤੁਹਾਡੇ ਪੁਰਖਾਂ ਨੇ ਖੇਤੀ ਕਰਨੀ ਸਿੱਖੀ। ਮਨੁੱਖੀ ਸੱਭਿਅਤਾ ਦਾ ਵਿਕਾਸ ਹੋ ਗਿਆ। ਸਿੰਧੂ ਘਾਟੀ ਦੀ ਸੱਭਿਅਤਾ ਵਿਸ਼ਵ ਦੀ ਸਭ ਤੋਂ ਪੁਰਾਤਨ ਸੱਭਿਅਤਾ ਸੀ। ਸਿੰਧੂ ਘਾਟੀ ਦੇ ਨਿਵਾਸੀਆਂ ਨੇ ਸਾਡੀ ਖੇਤੀ ਕੀਤੀ। ਕਣਕ, ਜੌਂ, ਕਪਾਹ, ਤਿਲ, ਮਟਰ ਅਤੇ ਮਸਰਾਂ ਦੀ ਖੇਤੀ ਕੀਤੀ। ਉਹਨਾਂ ਨੇ ਹਾਥੀ, ਘੋੜੇ, ਗਾਂ, ਬਲਦ, ਭੇਡ, ਬੱਕਰੀਆਂ ਅਤੇ ਮੁਰਗੀਆਂ ਪਾਲੀਆਂ। ਮੋਹਨਜੋਦੜੋ ਅਤੇ ਹੜੱਪਾ ਵਰਗੇ ਨਗਰ ਵਸਾਏ। ਉਹਨਾਂ ਨਗਰਾਂ ਵਿੱਚ ਅਨਾਜ ਦੇ ਬਹੁਤ ਵੱਡੇ ਭੰਡਾਰ ਕਾਇਮ ਕੀਤੇ। ਇਹ ਅਨਾਜ ਨਗਰ ਦੇ ਕਾਰੀਗਰਾਂ ਅਤੇ ਮਜ਼ਦੂਰਾਂ ਅਤੇ ਬਾਕੀ ਲੋਕਾਂ ਦੇ ਕੰਮ ਆਉਂਦਾ। ਉਹਨਾਂ ਨੇ ਬਲਦ ਗੱਡੀਆਂ ਵੀ ਬਣਾਈਆਂ, ਜਿਨ੍ਹਾਂ ਰਾਹੀਂ ਉਹ ਅਨਾਜ ਇੱਧਰ ਉੱਧਰ ਲੈ ਜਾਂਦੇ ਸਨ। ਸਾਡੀ ਸਿੰਜਾਈ ਲਈ ਉਹਨਾਂ ਬੰਨ੍ਹ ਅਤੇ ਨਹਿਰਾਂ ਵੀ ਬਣਾਈਆਂ। ਫਿਰ ਵੈਦਿਕ ਯੁੱਗ ਆਇਆ। ਅੱਜ ਤੋਂ ਕਰੀਬ 4500 ਤੋਂ 34 ਸਾਲ ਪਹਿਲੇ 100 ਸਾਲ ਪਹਿਲਾਂ ਵੈਦਿਕ ਯੁੱਗ ਵਿੱਚ ਲੋਕਾਂ ਨੇ ਸਾਨੂੰ ਬੀਜਿਆ। ਉਹਨਾਂ ਨੂੰ ਸਾਡੇ ਤੋਂ ਭੋਜਨ ਮਿਲਦਾ ਸੀ, ਇਸ ਲਈ ਉਹ ਸਾਡੀ ਸੁਰੱਖਿਆ ਅਤੇ ਚੰਗੀ ਉਪਜ ਲਈ ਅਰਦਾਸਾਂ ਕਰਦੇ। ਸਾਡੇ ਅੰਨ ਨੂੰ ਦੇਵਤਾ ਜਾਂ ਪੂਜਣਯੋਗ ਅਤੇ ਪਵਿੱਤਰ ਮੰਨਦੇ। ਆਰੀਅਨ ਲੋਕ ਚੰਗੇ ਕਿਸਾਨ ਸਨ। ਉਹ ਕਣਕ, ਤਿਲ ਅਤੇ
ਜੌਂ ਦੀ ਖੇਤੀ ਕਰਦੇ ਸਨ। ਖੇਤੀ ਦਾ ਗਿਆਨ ਵੱਧਦਾ ਗਿਆ, ਸਾਨੂੰ ਜ਼ਿਆਦਾ ਤੋਂ ਜ਼ਿਆਦਾ ਉਗਾਇਆ ਜਾਣ ਲੱਗਿਆ। ਕਿਤੇ ਕਣਕ ਦੀ ਚੜ੍ਹ ਮੱਚ ਗਈ ਅਤੇ ਕਿਧਰੇ ਝੋਨੇ 'ਤੇ ਖੇਤ ਲਹਿਲਾਉਣ ਲੱਗੇ, ਕਿਤੇ ਗੰਨਾ ਆਪਣੀ ਮਿਠਾਸ ਖੋਲ੍ਹਣ ਲੱਗਿਆ। ਪੂਰੇ ਭਾਰਤ ਵਿੱਚ ਸਾਡੀ ਖੇਤੀ ਫੈਲਣ ਲੱਗੀ। ਸਾਡੇ ਅੰਨ ਦਾ ਮਹੱਤਵ ਦੱਸਿਆ ਜਾਣ ਲੱਗਿਆ। ਮਹਾਭਾਰਤ ਕਾਲ ਆਇਆ ਅਤੇ ਖੇਤੀ ਦੇ ਨਾਲ ਨਾਲ ਗਊ ਪਾਲਣ ਵੀ ਵੱਧ ਗਿਆ। ਸਾਡੀ ਫਸਲ, ਖੇਤੀ ਅਤੇ ਗਊ ਪਾਲਣ ਨਾਲ ਦੇਸ਼ ਹੋਰ ਖੁਸ਼ਹਾਲ ਹੋ ਗਿਆ। ਉਧਰ ਨੀਲ ਦਰਿਆ ਦੀ ਘਾਟੀ ਵਿੱਚ ਸਾਡੀ ਖੇਤੀ ਸ਼ੁਰੂ ਹੋ ਗਈ। ਉੱਥੋਂ ਦੇ ਨਿਵਾਸੀਆਂ ਨੇ ਵੀ ਹਜ਼ਾਰਾਂ ਸਾਲ ਪਹਿਲਾਂ ਸਾਡੇ ਵਿੱਚੋਂ ਕਣਕ, ਮਟਰ, ਚੁਕੰਦਰ, ਕਪਾਹ, ਅੰਜੀਰ, ਖਜੂਰ ਅਤੇ ਜੈਤੂਨ ਉਗਾਉਣੇ ਸ਼ੁਰੂ ਕੀਤੇ। ਉਹ ਗੁਲਾਮਾਂ ਤੋਂ ਵੀ ਖੇਤੀ ਕਰਵਾਉਣ ਲੱਗੇ। ਉਹਨਾਂ ਨੇ ਬੱਕਰੀਆਂ, ਸਵਾਨ ਅਤੇ ਗਧੇ ਵੀ ਪਾਲੇ। ਨੀਲ ਦਰਿਆ ਤੋਂ ਬੰਨ੍ਹ ਬਣਾਇਆ ਅਤੇ ਸਾਡੀ ਸਿੰਜਾਈ ਦਾ ਪ੍ਰਬੰਧ ਕੀਤਾ। ਨੀਲ ਦਰਿਆ ਦੀ ਘਾਟੀ ਲਹਿਰਾਉਣ ਲੱਗੀ ਅਤੇ ਉੱਥੇ ਵੀ ਇੱਕ ਮਹਾਨ ਸੱਭਿਅਤਾ ਨੇ ਜਨਮ ਲਿਆ। ਲਗਭਗ 3500 ਈਸਾ ਪੂਰਵ ਦੱਖਣੀ ਅਮਰੀਕਾ ਵਿੱਚ ਸੱਭਿਅਤਾਵਾਂ ਦਾ ਵਿਕਾਸ ਹੋਇਆ। ਇਸ ਤਰ੍ਹਾਂ ਧੀਰੇ ਧੀਰੇ ਜੋ ਹੈ ਦੇਸ਼ ਜੋ ਤਰੱਕੀ ਕਰਦਾ ਗਿਆ। ਇਹ ਸੱਭਿਅਤਾਵਾਂ ਵੀ ਸਾਡੇ 'ਤੇ ਹੀ ਪਲੀਆਂ। ਸਾਡੇ ਵਿੱਚੋਂ ਮੱਕੀ ਉਹਨਾਂ ਦੀ ਮੁੱਖ ਫਸਲ ਸੀ। ਸੱਚ ਪੁੱਛੋ ਤਾਂ ਸਾਡੀ ਮੱਕੀ ਨੂੰ ਜਿੰਨਾ ਸਨਮਾਨ ਉੱਥੋਂ ਦੇ ਵਸਨੀਕਾਂ ਨੇ ਦਿੱਤਾ, ਵਸਨੀਕ ਹੁੰਦਾ ਉੱਥੇ ਦੇ ਰਹਿਣ ਵਾਲੇ, ਸ਼ਾਇਦ ਹੀ ਕਿਤੇ ਹੋਰ ਮਿਲਿਆ ਹੋਵੇ। ਉਹ ਮੱਕੀ ਤੋਂ ਇਲਾਵਾ ਮਿਰਚ, ਕਪਾਹ, ਕੋਕੋ ਅਤੇ ਆਲੂ ਦੀ ਖੇਤੀ ਕਰਦੇ ਸਨ। ਖੇਤੀ ਵਧਣ ਦੇ ਨਾਲ ਨਾਲ ਉਹਨਾਂ ਦੇ ਪਿੰਡ ਵੀ ਫੈਲਦੇ ਗਏ। ਕਹਿਣ ਦਾ ਮਤਲਬ ਇਹ ਹੈ ਕਿ ਹਰੇਕ ਸੱਭਿਅਤਾ ਦਾ ਵਿਕਾਸ ਸਾਡੇ ਨਾਲ ਹੀ ਹੋਇਆ ਹੈ। ਹਰੇਕ ਸੱਭਿਅਤਾ ਸਾਡੇ ਉੱਪਰ ਹੀ ਪਲੀ। ਇੰਝ ਸਮਝੋ ਕਿ ਜਿੱਥੇ ਜਿੱਥੇ ਸਾਡੇ ਬੀਜ ਉਗ ਪਏ, ਉੱਥੇ ਉੱਥੇ ਮਨੁੱਖੀ ਸੱਭਿਅਤਾ ਦਾ ਜਨਮ ਹੋਇਆ। ਇੱਕ ਗੱਲ ਹੋਰ, ਮਨੁੱਖ ਨੇ ਸਾਡੇ 'ਤੇ ਬਹੁਤ ਵੱਡਾ ਅਹਿਸਾਨ ਕੀਤਾ। ਸਾਨੂੰ ਪਿਆਰ ਨਾਲ ਪਾਲਤੂ ਬਣਾਇਆ। ਇਸ ਲਈ ਉਸ ਨੇ ਬਹੁਤ ਮੁਸ਼ਕਲਾਂ ਝੱਲੀਆਂ। ਤੁਹਾਡੇ ਪੁਰਖਿਆਂ ਨੇ ਨਾ ਜਾਣੇ ਕਿੰਨੇ ਦਰੱਖਤਾਂ ਅਤੇ ਦੂਜੀਆਂ ਬਨਸਪਤੀਆਂ ਨੂੰ ਵੇਖਿਆ, ਪਰਖਿਆ ਅਤੇ ਸਵਾਦ ਵੇਖਿਆ। ਉਹਨਾਂ ਵਿੱਚੋਂ ਕਈ ਪੌਦੇ ਕੌੜੇ ਅਤੇ ਕੁਸੈਲੇ ਸਨ, ਕਈ ਨਸ਼ੀਲੇ ਅਤੇ ਕਈ ਜ਼ਹਿਰੀ। ਪਰ ਸਵਾਦ ਵੇਖ ਕੇ ਉਸਨੇ ਅਣਗਿਣਤ ਪੌਦਿਆਂ ਵਿੱਚ ਸਾਡੀ ਚੋਣ ਕੀਤੀ, ਆਪਣੇ ਖੇਤਾਂ ਅਤੇ ਬਾਗ ਬਗੀਚਿਆਂ ਵਿੱਚ ਉਗਾਇਆ। ਇਹ ਸਾਰਾ ਕੁਝ ਦਿਨਾਂ ਜਾਂ ਸਾਲਾਂ ਵਿੱਚ ਨਹੀਂ ਹੋਇਆ, ਸਗੋਂ ਇਸਨੂੰ ਹਜ਼ਾਰਾਂ ਸਾਲ ਲੱਗ ਪਏ। ਤਾਂ ਕਿਤੇ ਜਾ ਕੇ ਮਨੁੱਖ ਨੇ ਸਾਨੂੰ ਆਪਣੀ ਫਸਲ ਦਾ ਰੂਪ ਦਿੱਤਾ। ਉਸ ਨੇ ਸਾਨੂੰ ਕਿੱਥੋਂ ਕਿੱਥੋਂ ਨਹੀਂ ਚੁੱਗਿਆ। ਸਾਡੇ ਵਿੱਚੋਂ ਕਣਕ, ਜੌਂ, ਚੌਲ, ਜਵਾਰ, ਕਪਾਹ, ਸੋਇਆਬੀਨ, ਗੰਨਾ, ਚਾਹ ਵਰਗੀਆਂ ਫਸਲਾਂ ਉਸਨੂੰ ਏਸ਼ੀਆ ਵਿੱਚ ਮਿਲੀਆਂ। ਚੁਕੰਦਰ ਪੱਛਮੀ ਏਸ਼ੀਆ ਅਤੇ ਯੂਰਪ ਵਿੱਚ ਕਾਫੀ, ਅਫਰੀਕਾ ਵਿੱਚੋਂ ਮੱਕੀ, ਆਲੂ, ਮੂੰਗਫਲੀ, ਤੰਬਾਕੂ ਦੱਖਣੀ ਅਮਰੀਕਾ ਅਤੇ ਕੋਕੋ ਮੱਧ ਅਮਰੀਕਾ ਵਿੱਚੋਂ ਮਿਲੇ। ਸਾਡੇ ਲਈ ਮਨੁੱਖ ਨੇ ਕਈ ਲੜਾਈਆਂ ਲੜੀਆਂ, ਕਈ ਸਾਮਰਾਜ ਸਾਡੇ ਕਾਰਨ ਵਧੇ ਫੁੱਲੇ ਅਤੇ ਕਈ ਸਮਾਪਤ ਹੋ ਗਏ। ਜਿੱਥੇ ਜਿੱਥੇ ਮਨੁੱਖ ਗਿਆ, ਸਾਨੂੰ ਨਾਲ ਲੈ ਗਿਆ। ਇਸ ਤਰ੍ਹਾਂ ਅਸੀਂ ਵੀ ਕਿੱਥੇ ਕਿੱਥੇ ਪਹੁੰਚ ਗਈਆਂ। ਸਾਡੇ ਵਿੱਚੋਂ ਚੌਲ ਭਾਰਤ ਤੋਂ ਹੋ ਕੇ ਚੀਨ, ਜਾਪਾਨ ਰਾਹੀਂ ਸਾਰੇ ਸੰਸਾਰ ਵਿੱਚ ਫੈਲ ਗਏ। ਪੱਛਮੀ ਏਸ਼ੀਆ ਵਿੱਚ ਪੈਦਾ ਹੋਈ ਕਣਕ ਅੱਜ ਸਾਰੀ ਦੁਨੀਆ ਵਿੱਚ ਲਹਿਰਾਉਂਦੀ ਹੈ। ਭਾਰਤ ਦਾ ਗੰਨਾ ਕਈ ਦੇਸ਼ਾਂ ਦੀ ਮੁੱਖ ਫਸਲ ਬਣ ਕੇ ਦੁਨੀਆ ਭਰ ਦੇ ਲੋਕਾਂ ਦਾ ਮੂੰਹ ਮਿੱਠਾ ਕਰ ਰਿਹਾ ਹੈ। ਦੱਖਣੀ ਅਮਰੀਕਾ ਦੀ ਮੱਕੀ, ਆਲੂ ਅਤੇ ਤੰਬਾਕੂ ਨੂੰ ਅੱਜ ਨਾ ਜਾਣੇ ਕਿੰਨੇ ਦੇਸ਼ ਉਗਾ ਰਹੇ ਹਨ। ਮੂੰਗਫਲੀ ਖਾਂਦਿਆਂ ਕਦੇ ਤੁਸੀਂ ਸੋਚਿਆ ਹੈ ਕਿ ਇਸ ਦਾ ਜਨਮ ਦੱਖਣੀ ਅਮਰੀਕਾ ਵਿੱਚ ਹੋਇਆ ਹੈ? ਅੱਜ ਇੱਥੇ ਇਸ ਨੂੰ ਕਿਹੜਾ ਨਹੀਂ ਜਾਣਦਾ। ਚੀਨ ਦੀ ਸੋਇਆਬੀਨ ਸੰਸਾਰ ਦੇ ਅਨੇਕ ਦੇਸ਼ਾਂ ਵਿੱਚ ਉਗਾਈ ਜਾ ਰਹੀ ਹੈ। ਇਸ ਤਰ੍ਹਾਂ ਜਿੱਥੇ ਜਿੱਥੇ ਵੀ ਆਦਮੀ ਦੇ ਕਦਮ ਗਏ, ਉੱਥੇ ਸਾਡੀਆਂ ਜੜ੍ਹਾਂ ਲੱਗ ਗਈਆਂ। ਬੱਚਿਓ, ਸਾਡੀ ਫਸਲਾਂ ਦੀ ਕਹਾਣੀ ਇੰਝ ਹੀ ਅੱਗੇ ਤੁਰਦੀ ਗਈ ਅਤੇ ਅੱਜ ਵੀ ਤੁਰ ਰਹੀ ਹੈ। ਮਤਲਬ ਜਿੱਥੇ ਜਿੱਥੇ ਮਨੁੱਖ ਜਾਂਦਾ ਹੈ, ਆਪਦਾ ਗਿਆਨ ਜੋ ਹੈ ਅੱਗੇ ਲੈ ਜਾਂਦਾ ਹੈ। ਇਹ ਤੁਹਾਡਾ ਲੈਸਨ ਕੰਪਲੀਟ ਹੋ ਗਿਆ ਹੈ।
ਇਸ ਨੂੰ ਅੱਛੇ ਨਾਲ ਰੀਡ ਕਰਨਾ ਹੈ ਤੇ ਸਮਝਣਾ ਹੈ, ਵਰਡ ਮੀਨਿੰਗ ਰਾਈਟ ਕਰਨੇ ਨੇ।